ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਅੱਜ ਆਪਾਂ ਥੋੜਾ ਲੇਟ ਵੀ ਹੋ ਗਏ, ਮਾਫੀ ਚਾਹਾਂਗਾ, ਦਾਸ ਥੋੜਾ ਲੇਟ ਹੋ ਗਿਆ ਲਾਈਵ ਹੋਣ ਦੇ ਵਿੱਚ। ਸੋ ਆਓ ਆਪਾਂ ਕੱਲ 17 ਪੌੜੀਆਂ ਤੱਕ ਜੋ ਗੌੜੀ ਕੀ ਵਾਰ ਮਹੱਲੇ ਪੰਜਵੇਂ ਦੀ ਆਪਾਂ ਵਿਚਾਰ ਰਹੇ ਹਾਂ। 17 ਪੌੜੀਆਂ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। 17ਵੀਂ ਪੌੜੀ ਆਪਾਂ ਵਿਚਾਰੀ ਸੀ, ਜਿਸ ਸਰਬ ਸੁੱਖਾ ਫਲ ਲੋੜੀ ਹੈ ਸੋ ਸੱਚ ਕਮਾਵੋ। ਜੇ ਸਾਰੇ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਫਿਰ ਸੱਚ ਨੂੰ ਕਮਾਓ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤੇ ਆਵੋ। ਨੇੜੇ ਦੇਖੋ ਪਾਰ ਬ੍ਰਹਮ ਨੂੰ, ਇਹੀ ਇੱਕ ਨਾਮ ਤੇ ਆਉਣਾ ਹੈ। ਨੇੜੇ ਦੇਖਣਾ ਪ੍ਰਭੂ ਨੂੰ, ਹੋਏ ਸਗਲ ਕੀ ਰੇਨਕਾ ਹਰ ਸੰਗ ਸਮਾਵੋ। ਤੇ ਆਪਣੇ ਮਨ ਨੂੰ ਨੀਵਾਂ ਰੱਖਣਾ, ਸਾਰਿਆਂ ਦੀ ਰੇਣ ਹੋਣਾ, ਇੱਦਾਂ ਮਨ ਜਾ ਕੇ ਹਰੀ ਦੇ ਵਿੱਚ ਸਮਾਉਂਦਾ ਹੈ। ਕਿਉਂਕਿ ਜਿਹੜਾ ਮਨ ਨੀਚਾ ਹੈ ਉਹ ਪ੍ਰਭੂ ਨੂੰ ਪਾਉਂਦਾ ਹੈ ਤੇ ਨੀਚਿਆਂ ਨੂੰ ਉੱਚਾ ਕਰਦਾ ਹੈ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਦੁੱਖ ਨਾ ਦੇਈ ਕਿਸੇ ਜੀ ਪਤ ਸਿਓ ਕਰ ਜਾਵੋ। ਕਿਸੇ ਨੂੰ ਦੁੱਖ ਨਾ ਦਿਓ ਸੰਸਾਰ ਦੇ ਵਿੱਚ, ਫਿਰ ਪਤ ਦੇ ਨਾਲ, ਇੱਜ਼ਤ ਦੇ ਨਾਲ ਅਸੀਂ ਘਰ ਵਿੱਚ ਜਾ ਸਕਦੇ ਹਾਂ, ਆਪਣੇ ਪ੍ਰਭੂ ਦੇ ਘਰ ਵਿੱਚ, ਮਾਲਕ ਦੇ ਘਰ ਵਿੱਚ, ਜੋ ਸਾਨੂੰ ਨਿਜ ਮਹਿਲ, ਸੱਚਾ ਮਹਿਲ ਪ੍ਰਭੂ ਨੇ ਬਖਸ਼ਿਸ਼ ਕੀਤਾ ਹੈ, ਬਣਾ ਕੇ ਦਿੱਤਾ ਹੈ। ਸਾਡਾ ਵਾਸਾ ਉੱਥੇ ਹੋ ਸਕਦਾ ਹੈ। ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਤੇ ਪਤਿਤਾਂ ਨੂੰ ਪੁਨੀਤ ਕਰਨ ਵਾਲਾ ਕਰਤਾ ਪੁਰਖ ਹੈ, ਉਸ ਦਾ ਗਿਆਨ ਦੇਵੋ। ਆਪ ਉਸ ਨੂੰ ਧਿਆਓ, ਕਮਾਓ, ਦੂਜਿਆਂ ਨੂੰ ਉਸ ਦੇ ਬਾਰੇ ਦੱਸੋ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਸ਼ਲੋਕ ਦੋਹਾ ਮਹੱਲਾ ਪੰਜਵਾਂ ਸ਼ੁਰੂ ਵੀ ਕੀਤਾ ਸੀ, ਫਿਰ ਆਪਾਂ ਰੋਕ ਦਿੱਤਾ ਸੀ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਸੀ। ਮਹੱਲੇ ਪੰਜਵੇਂ ਦਾ ਸ਼ਲੋਕ ਵੀ ਹੈ, ਦੋਹਾ ਵੀ ਹੈ। ਕੀ ਸਮਝਾਉਂਦੇ ਨੇ ਸਤਿਗੁਰੂ ਜੀ? ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਕਹਿੰਦੇ ਜਿਹੜਾ ਇੱਕ ਸੱਜਣ ਅਸੀਂ ਕੀਤਾ ਹੈ, ਜਿਸ ਨੂੰ ਅਸੀਂ ਆਪਣਾ ਬਣਾ ਲਿਆ ਹੈ, ਉਹ ਸਾਰੀਆਂ ਕਲਾਂ ਦਾ ਸਮਰੱਥ ਹੈ। ਅਸੀਂ ਕੋਈ ਸੱਜਣ ਸੰਸਾਰੀ ਨਹੀਂ ਬਣਾਇਆ, ਪਰਮੇਸ਼ਰ ਨੂੰ ਸੱਜਣ ਬਣਾਇਆ ਹੈ, ਜੋ ਸਰਬ ਕਲਾ ਸਮਰੱਥ ਹੈ, ਉਸ ਨੂੰ ਸੱਜਣ ਬਣਾਇਆ ਹੈ। ਜਿਉ ਹਮਾਰਾ ਖਨੀ ਹੈ ਹਰ ਮਨ ਤਨ ਸੰਦੜੀ ਬਤ। ਹੁਣ ਮਨ ਸਾਡਾ ਉਸ ਪ੍ਰਭੂ ਦੇ ਵਿੱਚ ਸਮਾਇਆ ਰਹਿੰਦਾ ਹੈ, ਕਿਉਂਕਿ ਪਤਾ ਚੱਲ ਗਿਆ ਹੈ ਕਿ ਸਾਡੀ ਜਿਹੜੀ ਵਤ ਹੈ ਮਨ ਤਨ ਵਾਸਤੇ, ਉਹ ਹਰੀ ਦਾ ਨਾਮ ਹੈ, ਪਰਮੇਸ਼ਰ ਹੈ। ਇਸ ਕਰਕੇ ਉਸ ਨੂੰ ਹੀ ਸੱਜਣ ਬਣਾ ਲਿਆ ਹੈ। ਹੁਣ ਮਨ ਆਨੰਦ ਦੇ ਵਿੱਚ ਰਹਿੰਦਾ ਹੈ, ਮਨ ਖੁਸ਼ ਰਹਿੰਦਾ ਹੈ, ਮਨ ਤ੍ਰਿਪਤ ਰਹਿੰਦਾ ਹੈ। ਅੱਗੇ ਫਿਰ ਸ਼ਲੋਕ ਹੈ ਮਹੱਲੇ ਪੰਜਵੇਂ ਦਾ। ਜੇਕਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ। ਹਰ ਛੋਡਣ ਸੇ ਦੁਰਜਨਾ ਪੜੈ ਦੋਜਕ ਕੈ ਸੂਲ। ਸਮਝਾਉਂਦੇ ਨੇ ਕਿ ਜੇਕਰ ਤੈਨੂੰ ਇੱਕ ਵਾਰੀ ਮਿਲਾਪ ਹੋ ਜਾਵੇ, ਹੁਣ ਤੈਨੂੰ ਛੱਡਾਣਾ ਮੈਂ, ਪਰ ਪਹਿਲਾਂ ਮਿਲਾਪ ਹੋਣਾ ਹੈ। ਮਿਲਾਪ ਤੋਂ ਬਾਅਦ ਫਿਰ ਅਸੀਂ ਉਸ ਪ੍ਰਭੂ ਦੇ ਹੋ ਕੇ ਰਹਿਣਾ ਹੈ। ਫਿਰ ਛੇਤੀ ਕੀਤਿਆਂ ਉਹ ਸਾਨੂੰ ਛੱਡਦਾ ਵੀ ਨਹੀਂ ਹੈ, ਕਿਉਂਕਿ ਉਸ ਦੀ ਵੀ, ਪ੍ਰਭੂ ਦਾ ਵੀ ਇਹ ਵਿਸ਼ੇਸ਼ਤਾ ਹੈ। ਜਿਨ੍ਹਾਂ ਨੂੰ ਇੱਕ ਵਾਰੀ ਆਪਣੇ ਬਣਾ ਲੈਂਦਾ ਹੈ, ਉਹਨਾਂ ਨੂੰ ਫਿਰ ਛੱਡਦਾ ਨਹੀਂ ਹੈ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛੂ ਨਾ ਵਿਚਾਰੇ। ਫਿਰ ਸਾਨੂੰ ਵਿਛੋੜਦਾ ਨਹੀਂ, ਸਾਨੂੰ ਟੁੱਟਣ ਨਹੀਂ ਦਿੰਦਾ। ਬਸ ਸਾਡਾ ਇੱਕ ਵਾਰੀ ਪਿਆਰ ਪੈ ਜਾਵੇ ਉਸ ਪ੍ਰਭੂ ਦੇ ਨਾਲ,
ਇੱਥੇ ਵੀ ਸਾਨੂੰ ਇਹ ਸਮਝਾਉਂਦੇ ਨੇ ਸਤਿਗੁਰੂ ਜੀ ਵੀ ਇੱਕ ਵਾਰੀ ਮਿਲਾਪ ਹੋ ਜਾਵੇ ਫਿਰ ਅਸੀਂ ਉਸ ਨੂੰ ਛੱਡਾਂ ਨਾ। ਜੇ ਛੱਡਾਂਗੇ ਕੀ ਹੋਏਗਾ? ਹਰ ਛੋੜਨ ਸੇ ਦੁਰਜਨ, ਵੀ ਉਹ ਦੁਰਜਨ ਲੋਕ ਨੇ, ਉਹਨਾਂ ਨੂੰ ਆਪਾਂ ਸੁਰਜਨ ਨਹੀਂ ਕਹਿ ਸਕਦੇ, ਸਿਆਣੇ ਨਹੀਂ ਕਹਿ ਸਕਦੇ, ਉਹਨਾਂ ਨੂੰ ਬੁਰੇ ਲੋਕ ਕਵਾਂਗੇ। ਬੁਰਾਈਆਂ ਕਿਉਂਕਿ ਪੰਜਾਂ ਦੇ ਵੱਸ ਹੋ ਕੇ ਹੀ ਜੀਵ ਪ੍ਰਭੂ ਨੂੰ ਛੱਡਦਾ ਹੈ। ਪੜ੍ਹੈ ਦੂਜਕ ਸੂਲ, ਤੇ ਉਹਨਾਂ ਨੂੰ ਨਰਕਾਂ ਦੀ ਸਜ਼ਾ ਮਿਲੇਗੀ ਜਿਹੜੇ ਹਰੀ ਨੂੰ ਛੱਡਣਗੇ। ਇਸ ਕਰਕੇ ਕਿਉਂਕਿ ਹਰੀ ਹੀ ਸਮਰੱਥ ਹੈ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਮਨ ਹਰੀ ਦੇ ਨਾਲ ਰਹਿੰਦਾ ਕਿਉਂਕਿ ਉਹੀ ਸਮਰੱਥ ਹੈ ਸਾਰੇ ਕਲਾਂ ਦਾ, ਉਸੇ ਨੂੰ ਸੱਜਣ ਬਣਾਉਣਾ ਹੈ। ਆਓ ਅੱਗੇ ਪੌੜੀ ਦੇ ਵਿੱਚ ਸਮਝਾਉਂਦੇ ਨੇ, ਸਭ ਨਿਦਾਨ ਕਰ ਜਿਸ ਦਾ ਹਰ ਕਰੇ ਸੋ ਹੋਵੇ। ਕਿਉਂਕਿ ਸਾਰਾ ਖਜ਼ਾਨਾ ਪ੍ਰਭੂ ਦੇ ਘਰ ਵਿੱਚ ਹੈ। 10ਵੇਂ ਦੁਆਰ ਦੇ ਵਿੱਚ 10ਵਾਂ ਆਕਾਸ਼ ਕਹਿ ਦਿੱਤਾ, 10ਵਾਂ ਦੁਆਰ ਕਹਿ ਦਿੱਤਾ, ਉਨਮਨ ਕਹਿ ਦਿੱਤਾ ਹੈ, ਤੁਰੀ ਅਵਸਥਾ ਕਹਿ ਦਿੱਤਾ ਹੈ, ਗਗਨ ਕਹਿ ਦਿੱਤਾ ਹੈ, ਸਹਿਜ ਕਹਿ ਦਿੱਤਾ। ਬਹੁਤ ਸਾਰੇ ਨਾਮ ਨੇ ਗੁਰਬਾਣੀ ਦੇ ਵਿੱਚ ਜਿੱਥੇ ਪ੍ਰਭੂ ਦਾ ਵਾਸਾ ਹੈ। ਚੌਥੇ ਪਦ ਵਿੱਚ ਉੱਥੇ ਸਾਰਾ ਕੁਛ ਹੀ ਹੈ ਉਸਦੇ ਘਰ ਵਿੱਚ। ਪਰ ਹੁੰਦਾ ਕੀ ਹੈ? ਜਿਹੜਾ ਉਸ ਪ੍ਰਭੂ ਨੂੰ ਪਾਉਂਦਾ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਪਰ ਪ੍ਰਾਪਤ ਉਸ ਨੂੰ ਹੁੰਦਾ ਜਿਸ ਨੂੰ ਦਿੰਦਾ ਹੈ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਹੁਣ ਜਿਸ ਨੂੰ ਆਪਣਾ ਨਾਮ ਦਾ ਖਜ਼ਾਨਾ ਦਿੰਦਾ ਹੈ ਉਹਨਾਂ ਨੂੰ ਨਾਮ ਮਿਲਦਾ ਹੈ। ਜਿਨ੍ਹਾਂ ਨੂੰ ਸੰਸਾਰੀ ਵਸਤਾਂ ਦਿੰਦਾ ਸੰਸਾਰੀ ਵਸਤਾਂ ਮਿਲਦੀਆਂ ਨੇ, ਪਰ ਦੇਵਣ ਵਾਲਾ ਮਾਲਿਕ ਹੀ ਹੈ। ਜੋ ਉਸ ਨੂੰ ਪਾਉਂਦਾ ਉਹੀ ਹੁੰਦਾ ਹੈ। ਜਪ ਜਪ ਜੀਵੈ ਸੰਤ ਜਨ ਪਾਪਾ ਮਲ ਧੋਵੈ। ਹੁਣ ਉਸ ਪ੍ਰਭੂ ਦੇ ਜਿਹੜੇ ਜਨ ਨੇ, ਸੰਤ ਜਨ ਨੇ, ਉਹਨਾਂ ਦਾ ਜੀਵਨ ਹੀ ਉਸ ਪ੍ਰਭੂ ਦੀ ਸਿਫਤ ਸਲਾਹ ਕਰਨਾ ਹੈ, ਜਿਹਦੇ ਨਾਲ ਪਾਪਾਂ ਦੀ ਮੈਲ ਖਤਮ ਹੁੰਦੀ ਹੈ। ਪਹਿਲਾ ਮਨ, ਕਿਉਂਕਿ ਜਿਹੜਾ ਸੰਤ ਹੈ, ਸੰਤ ਉਦੋਂ ਹੈ ਜਦੋਂ ਮਨ ਨੂੰ ਕੋਈ ਮੈਲ ਨਹੀਂ ਹੈ, ਮਨ ਨਿਰਮਲ ਹੈ। ਫਿਰ ਉਹ ਸੰਤ ਜਨ ਦੂਜੇ ਜੀਵਾਂ ਦੇ ਮਨਾਂ ਦੀ ਮੈਲ ਧੋਂਦਾ ਹੈ, ਦੂਜੇ ਜੀਵਾਂ ਨੂੰ ਦੱਸਦਾ ਹੈ ਕਿਵੇਂ ਆਪਣੇ ਮਨ ਨੂੰ ਨਿਰਮਲ ਕਰਨਾ ਹੈ। ਚਰਨ ਕਮਲ ਹਿਰਦਾ ਵਸੈ ਸੰਕਟ ਸਭ ਖੋਵੈ। ਹਿਰਦੇ ਵਿੱਚ ਪ੍ਰਭੂ ਵਸ ਜਾਂਦਾ ਹੈ, ਮਨ ਚਰਨ ਕਮਲਾਂ ਦੇ ਵਿੱਚ ਜੁੜ ਜਾਂਦਾ ਪ੍ਰਭੂ ਦੇ, ਤੇ ਸਾਰੇ ਸੰਕਟ ਜਿਹੜੇ ਖਤਮ ਹੋ ਜਾਂਦੇ ਨੇ। ਸਭ ਤੋਂ ਵੱਡਾ ਸੰਕਟ ਹੈ ਜਿਹੜਾ 84 ਲੱਖ ਜੂਨ ਦਾ ਸੰਕਟ ਹੈ, ਉਹ ਸਾਡਾ ਖਤਮ ਹੋ ਗਿਆ। ਅਸੀਂ ਮੁਕਤ ਹੋ ਗਏ, ਸਾਰੇ ਸੰਕਟ ਖਤਮ ਹੋ ਗਏ। ਗੁਰ ਪੂਰਾ ਜਿਸ ਭੇਟੀ ਹੈ ਮਰ ਜਨਮ ਨਾ ਰੋਵੈ। ਪੂਰਾ ਗੁਰ ਦਾ ਮਿਲਾਪ ਹੋ ਗਿਆ, ਨਾ ਜਨਮੇਗਾ ਨਾ ਮਰੇਗਾ ਤੇ ਨਾ ਰੋਣਾ ਪੜੇਗਾ। ਕਿਉਂਕਿ ਜੰਮਦਾ ਮਰਦਾ ਹੈ, ਜਦੋਂ ਵਿਛੋੜਾ ਹੈ ਜੀਵ ਦਾ ਉਦੋਂ ਦੁੱਖ ਭੋਗਦਾ ਹੈ। ਪ੍ਰਭ ਦਰਸ਼ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੈ। ਹੁਣ ਉਸ ਪ੍ਰਭੂ ਦੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਪਿਆਸ ਹੈ, ਕਿੰਨੀ ਕੁ ਪਿਆਸ? ਕਣੀ, ਬਹੁਤ ਜ਼ਿਆਦਾ। ਉਹਨਾਂ ਨੂੰ ਆਪ ਪ੍ਰਭੂ ਕਿਰਪਾ ਕਰਕੇ ਆਪਣੇ ਦਰਸ਼ਨ ਦਿੰਦਾ ਹੈ, ਆਪ ਕਿਰਪਾ ਕਰਦਾ ਹੈ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ਦਾ ਹੈ। ਕਿਉਂਕਿ ਸਾਡੇ ਅੰਦਰ ਪਿਆਸ ਕਿਹੜੀ ਚਾਹੀਦੀ ਹੈ? ਦਰਸ਼ਨਾਂ ਦੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕਾ ਬਲ ਬਲ ਜਾਸਾ। ਕਿਉਂਕਿ ਦਰਸ਼ਨ ਪ੍ਰਭੂ ਦੇ ਅਸੀਂ ਦਰਸ਼ਨ ਹੀ ਕਰ ਸਕਦੇ ਹਾਂ। ਉਸ ਦੇ ਦਰਸ਼ਨ ਹੋ ਗਏ ਤੇ ਸਮਝ ਲਓ ਸਾਨੂੰ ਸਾਰਾ ਕੁਛ ਹੀ ਪ੍ਰਾਪਤ ਹੋ ਗਿਆ। ਇਸ ਕਰਕੇ ਭਗਤਾਂ ਨੇ ਇੱਕ ਨਿਮਕ ਘੜੀ ਦਰਸ਼ਨ ਮੰਗੇ ਨੇ ਉਸ ਪ੍ਰਭੂ ਦੇ, ਕਿ ਇੰਨੇ 'ਚ ਹੀ ਸਾਡਾ ਜੀਵਨ ਸਫਲ ਹੋ ਜਾਣਾ ਹੈ। ਪਰ ਉਹ ਪ੍ਰਭੂ ਜਦੋਂ ਫਿਰ ਆਪਣੇ ਬਣਾ ਲੈਂਦਾ, ਉਹ ਫਿਰ ਦੂਰ ਨਹੀਂ ਜਾਂਦਾ, ਸਾਹਮਣੇ ਹੀ ਰਹਿੰਦਾ ਹੈ, ਸਦਾ ਹਜ਼ੂਰ ਰਹਿੰਦਾ ਹੈ। ਆਠ ਪਹਿਰ ਪ੍ਰਭਸ ਹੈ ਹਜ਼ੂਰੇ।
आओ अगला श्लोक है डखना, महला पंजवां। भोरी भरम वजाए पिरी मुहब्बत हिक तू। भी जिहड़ा भरम है, एक भोरा भी भरम ना रहे मन दे विच। जिन्हां दे अपने मन विच कोई भरम नहीं है, जिन्हां दी एक प्रभु दे नाल मुहब्बत है, ओही दूजियां दा भरम दूर करदे ने। जिथों वंझिया जाए तिथां मौजूद सोए। जदों भरम खत्म हो गया, एक ना प्यार पै गया है, जिथे देखा उत्थे ही प्रभु दा वासा है। पर यह किन्हां नूं? जिन्हां दे अंदर भरम ना होवे, जिन्हों शंका ना होवे, भरम ना होवे, दुचित्ती ना होवे। तेरे जिहड़े जीव आप उस प्रभु नूं देखदे ने, ओही दूजे जीवां नूं दसदे ने कि ये विधि है, ये जुगती है। जेकर असी कमावांगे, सत करके मन के कमावांगे, तो साडा भरम खत्म हो जाएगा। 8 पहर प्रभ पेखो नेरा, मिटे अज्ञान बिन सह अंधेरा। सुनो उपदेश हृदय बसावो, मन इच्छे नानक फल पावो। जाके हृदय विश्वास प्रभ आया, तत् ज्ञान तिस मन प्रगटाया। पैते निरपो होए बसाना, जिस ते उपजया तिस माहे समाना। फिर सानू जिथे देखिए उत्थे प्रभु मौजूद है, हाजिर है। अगे फिर महला पंजवें दा श्लोक है। चढ़ के घोड़ा कुंदे पकड़ा, खूंडी दी खिडारी। हुण घोड़ा इत्थे किस नूं कहा है? जिवें संसार दे विच घोड़े ते चढ़ के असवार घोड़े दी लगाम नूं पकड़दा है, इदां इत्थे मन असवार है, शरीर तन साडा घोड़ा है। जिथे घोड़े दीयां लगामां हुंदियां, इत्थे साडे जो ये पॉइंट है, इत्थे अपनी लगाम है। इत्थे आपां ध्यान लगाउणा है। इस ते बैठ के घोड़े च मन ने असवार बनना है। इत्थे पहला ध्यान लगाउणा है। इस तो बाद जिहड़े पहला आपां पॉइंट ते आउंदे हां, इस पॉइंट ते ध्यान लगाउंदे हां, इस ते कुंदे पकड़दे हां। फिर असी दूजा है खुंडी, खुंडी दी खिडारी। खुंडी की हुंदा है कि जो बॉल हुंदी है, जिवें हॉकी खेडदे इदां खुंडी हुंदी सी, हुण हॉकी दी खेड खेडदे ने। उहदे द्वारा बॉल नूं चकदे ने, दूजे थां ते फेंक दिंदे ने। इदां ही आपां भी इत्थों ध्यान नूं अगे लै जांदे हां। पर ध्यान साडा ध्यान किस विच होएगा? ज्ञान द्वारा जदों चलदे हां। हंसा सेती चित उलासा, कुक्कर दी अडारी। पर जदों असी इस हंसां दा संग करदे हां, फिर छोटी जी उडारी किन्नी क मारनी पैंदी इत्थों सामने, बस इन्नी उडारी जिन्ना एक मुर्गे दी उडारी हुंदी है। पर जदों संतां दा संग करदे, हंसां दा संग करदे हां, छोटी जी उडारी मार के ही असी कित्थे चले जांदे? अपने घर दे विच। ये उडारी पर संतां दा संग होवे, हंसां दा संग होवे। जे कल्ला कुक्कर ही होवे, जिन्नी मर्जी उडारी मारी जावे, पहुँच नहीं सकदा। पर जिन्हां ने उस प्रभु नूं जाणिया है, जिथे आपां पहला विचार के आए हाँ, भी जिहड़े जीवां नूं हर थां मालिक दिसदा, जिन्हां दे अंदर कोई भरम नहीं है, उन्हां नूं हंस कह दिता। उन्हां दा संग करके असीं छोटी जी उडारी मार के उस प्रभु तक पहुँच सकते हाँ। किवें मारनी है वो भी अगे पौड़ी समझाउंदे ने। रसना उचरै, जिन्हां दे अंदर भरम खत्म है, जिन्हां प्रभु नूं जान लिया है, उन्हां ने रसना द्वारा उचरना है। उन्होंने सानू दसना है भी इत्थे ध्यान लगाओ। ते दूजिया ने सुनना है सरवणा द्वारा। हर सरवणी सुने, रसना उचरै हर। हुण हर जिहड़ा है आप उस रसना तो बोलदा है, जिहड़ा उस शब्द नूं, उस ज्ञान नूं सरवणी सुनदा है, कन्नां नाल सुनदा है, सो उधरै मिता, ओहदा उदार हुंदा है। हर जस लिखा लाए भावनी, से हस्त पविता।
ਉਹ ਹੱਥਾਂ ਦੇ ਨਾਲ ਆਪਾਂ ਦੱਸਦੇ ਹਾਂ ਵੀ ਇਸ ਪੁਆਇੰਟ 'ਤੇ ਇੱਥੇ ਧਿਆਨ ਇੱਥੇ। ਇਹ ਹਿਰਦੇ 'ਚ ਆਪਾਂ ਲੇਖਾ ਲਿਖਦੇ ਹਾਂ, ਭਾਵਨਾ ਲਾਉਂਦੇ ਹਾਂ ਜਿਹੜੇ ਜੀਵ, ਅਤੇ ਉਹ ਫਿਰ ਹੱਥ ਪਵਿੱਤਰ ਨੇ ਜਿਹੜੇ ਸਾਨੂੰ ਇਹ ਗਿਆਨ ਦਿੰਦੇ ਨੇ, ਜਿਹਦੇ ਦੁਆਰਾ ਆਪਾਂ ਸੁਣ ਕੇ ਸਮਝ ਕੇ ਚੱਲਦੇ ਹਾਂ। ਅਰਸਰ ਤੀਰਥ ਮੱਜਣਾ ਸਭ ਪੁੰਨ ਤਿਨ ਕੀਤਾ। ਹੁਣ ਜਿਨ੍ਹਾਂ ਨੇ ਉਸ ਨੂੰ ਸੁਣਿਆ, ਉਸ ਗਿਆਨ ਨੂੰ, ਅਤੇ ਉਹਨਾਂ ਨੂੰ 18 ਤੀਰਥਾਂ ਦਾ ਇਸ਼ਨਾਨ ਹੋ ਗਿਆ, ਅਤੇ ਉਹਨਾਂ ਦਾ ਸਭ ਪੁੰਨ ਪਾਪ ਉਹਨਾਂ ਦਾ ਪੁੰਨ ਕੀਤਾ। ਬਿਨਾਂ ਪੁੰਨ ਕੀਤਿਆਂ ਹੀ ਜਦੋਂ ਗੁਰ ਦਾ ਗਿਆਨ ਲੈਂਦੇ ਹਾਂ, ਅਨੇਕਾਂ ਪੁੰਨ ਪ੍ਰਵਾਨ ਹੋ ਜਾਂਦੇ ਨੇ। ਲੱਖ ਨੇਕੀਆਂ 'ਚ ਗਏ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜੋਗ ਪਿਵਾਨ। ਜਦੋਂ ਗਿਆਨ ਲੈ ਕੇ ਸੁਣ ਕੇ ਮੰਨਦੇ ਹਾਂ, ਬਿਨਾਂ ਕੀਤਿਆਂ ਹੀ ਉਹ ਪੁੰਨ ਪ੍ਰਵਾਨ ਹੋ ਜਾਂਦੇ ਨੇ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜੀਤਾ। ਸੰਸਾਰ ਸਾਗਰ ਤੋਂ ਉਧਾਰ ਹੋ ਜਾਂਦਾ ਹੈ। ਜਿਹੜਾ ਵਿਖਿਆ ਦਾ ਗੜ ਹੈ, ਇਸ ਨੂੰ ਜਿੱਤ ਲਿਆ ਜਾਂਦਾ ਹੈ, ਪਾਰ ਹੋ ਜਾਂਦੇ ਹਾਂ। ਨਾਨਕ ਲੜ ਲਾਏ ਉਧਾਰਿਆਨ ਦਸੇਬ ਅਮਿਤਾ। ਇੱਦਾਂ ਉਹ ਲੜ ਲਾ ਕੇ, ਗੁਰ ਦੇ ਲੜ ਲਾ ਕੇ ਉਧਾਰ ਕਰਦੇ ਨੇ, ਅਤੇ ਦੱਸਦੇ ਨੇ ਵੀ ਆਹ ਸੇਵਾ ਕਰਨੀ ਹੈ ਜਿਹੜੀ ਅਮਿਤ ਹੈ। ਕਿਸ ਦੀ ਸੇਵਾ ਕਰਨੀ ਹੈ? ਉਸ ਪ੍ਰਭੂ ਦੀ। ਨਾ ਮਿੱਤਰ ਨਾ ਸਤਰ, ਜਿਸ ਦਾ ਕੋਈ ਹੱਦ ਨਹੀਂ, ਜਿਸ ਦੀ ਕੋਈ ਪਾਰਾਵਾਰ ਨਹੀਂ, ਜਿਸ ਦਾ ਕੋਈ ਮਿੱਤਰ ਨਹੀਂ, ਜਿਸ ਦਾ ਕੋਈ ਸ਼ਤਰੂ ਨਹੀਂ, ਜਿਸ ਦਾ ਕੋਈ ਪੁੱਤਰਾ ਨਹੀਂ, ਪੁੱਤਰ ਨਹੀਂ, ਮਾਤਾ ਨਹੀਂ, ਪਿਤਾ ਨਹੀਂ, ਜੋ ਕਿ ਖੁਦ ਪੈਦਾ ਹੋਇਆ ਹੈ, ਜਿਸ ਦੀ ਆਪਾਂ ਕੀਮਤ ਨਹੀਂ ਪਾ ਸਕਦੇ, ਜਿਸ ਨੂੰ ਸਿਰਫ ਗੁਰ ਦੇ ਗਿਆਨ ਦੁਆਰਾ ਸੁਣ ਕੇ ਮੰਨ ਕੇ ਉਦਾਰ ਹੁੰਦਾ ਹੈ। ਜਿਹਨੇ ਸੁਣ ਕੇ ਮੰਨਿਆ, ਤਿੰਨਾਂ ਨਿਜ ਕਰ ਬਸ, ਮੰਨੇ ਕੀ ਗਤ ਕਹੀ ਨਾ ਜਾਏ। ਜਿਹਨਾਂ ਸੁਣ ਕੇ ਮੰਨ ਲਿਆ। ਆਓ ਅੱਗੇ ਫਿਰ ਸ਼ਲੋਕ ਮਹੱਲਾ ਪੰਜਵਾਂ। ਤੰਦੜੇ ਕੁਲਾ ਚਿੱਤ ਨ ਆਵੈ ਹੇਕੜੋ, ਨਾਨਕ ਸਹੀ ਤਨ ਫੁਟਨ ਜਿਨ੍ਹਾਂ ਸਾਈਂ ਬਿਸਰੈ। ਹੁਣ ਸਮਝਾਉਂਦੇ ਨੇ ਕਿ ਧੰਦੇ ਕਰਦੇ ਨੇ ਜੀਵ, ਸੰਸਾਰੀ ਮਨ ਸੰਸਾਰੀ ਧੰਦਿਆਂ ਦੇ ਵਿੱਚ ਪਿਆ ਰਹਿੰਦਾ ਹੈ, ਪਰ ਉਸ ਪ੍ਰਭੂ ਨੂੰ ਚਿੱਤ ਦੇ ਵਿੱਚ ਨਹੀਂ ਵਸਾਉਂਦਾ। ਸੰਸਾਰ ਤੱਕ ਸੀਮਤ ਹੈ, ਪ੍ਰਭੂ ਨੂੰ ਚਿੱਤ ਵਿੱਚ ਨਹੀਂ ਵਸਾਇਆ, ਇੱਕ ਮਾਲਕ ਚਿੱਤ ਵਿੱਚ ਨਹੀਂ ਆਇਆ, ਤੇ ਤਨ ਵੀ ਨਾਨਕ ਸਹੀ ਤਨ ਫੁੱਟਨ। ਮੇਰਾ ਸਮਝਾਉਂਦੇ ਨੇ ਐਸੇ ਸਰੀਰ ਜਿਹੜੇ ਨੇ ਫੁੱਟੇ ਭਾਂਡੇ ਦੀ ਤਰ੍ਹਾਂ ਨੇ। ਜਿਵੇਂ ਭਾਂਡੇ ਦੇ ਵਿੱਚ ਫੁੱਟੇ ਵਿੱਚ ਕੋਈ ਚੀਜ਼ ਨਹੀਂ ਸਮਾ ਸਕਦੀ, ਠਹਿਰ ਸਕਦੀ, ਇੱਦਾਂ ਸਾਡਾ ਤਨ ਵੀ ਫੁੱਟਿਆ ਹੈ। ਜਿਨ੍ਹਾਂ ਸਾਈਂ ਵਿਸਰੈ, ਜਿਨ੍ਹਾਂ ਨੂੰ ਉਹ ਸਾਈਂ ਵਿਸਰਿਆ। ਸਾਡਾ ਸਰੀਰ ਵੀ ਕਹਿਣ ਤੋਂ ਭਾਵ ਵਿਅਰਥ ਹੈ। ਅਸੀਂ ਆਪਣੇ ਸਰੀਰ ਦਾ ਲਾਹਾ ਨਹੀਂ ਲੈ ਸਕੇ, ਕਿਉਂਕਿ 10 ਦੁਆਰਾਂ ਦਾ ਸਰੀਰ ਹੈ। ਹਿਰਦੇ ਦੇ ਵਿੱਚ, ਚਿੱਤ ਦੇ ਵਿੱਚ ਪਰਮੇਸ਼ਰ ਦਾ ਵਾਸਾ ਨਹੀਂ ਹੋਇਆ, ਅਤੇ ਸਾਡਾ ਸਰੀਰ ਬੇਸ਼ੱਕ ਮਨੁੱਖਾ ਜਨਮ ਹੈ, ਲੇਕਿਨ ਅਸੀਂ ਪਸ਼ੂਆਂ ਤੋਂ ਵੀ ਪੈੜੇ ਹਾਂ, ਮੂਰਖਾਂ ਤੋਂ ਪੈੜੇ ਹਾਂ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਬੁੱਝੈ ਜਿਨ ਇਹ ਸ੍ਰੀ। ਜਿਹਨੇ ਸਿਰਜਿਆ ਸੀ, ਇੰਨੇ ਸਮੇਂ ਤੋਂ ਬਾਅਦ ਇਹ ਦੇਹੀ ਮਿਲੀ ਹੈ। ਚਿਰੰਕਾਲ ਪਾਈ ਦੁਰਲਭ ਦੇ, ਨਾਮ ਵਿਹੂਣੀ ਹੋਈ ਖੇ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਬੁੱਝੈ ਜਿਨ ਇਹ ਸ੍ਰੀ। ਸਾਡਾ ਸਰੀਰ ਜਿਹੜਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਅੱਗੇ ਫਿਰ ਸ਼ਲੋਕ ਮਹੱਲਾ ਪੰਜਵਾਂ। ਮਹੱਲੇ ਪੰਜਵੇਂ ਦਾ ਸ਼ਲੋਕ ਹੈ। ਪ੍ਰੇਤੋ ਕੀ ਤੋਨ ਦੇਵਤਾ ਤਿਨ ਕਰਨਾ ਹਾਰੇ। ਹੁਣ ਪਰਮੇਸ਼ਰ ਫਿਰ ਸਾਨੂੰ ਜਿਨ੍ਹਾਂ ਜੀਵਾਂ 'ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਪ੍ਰੇਤ ਤੋਂ ਪਹਿਲਾਂ ਦੇਵਤਾ ਬਣਾ ਦਿੰਦਾ ਹੈ ਆਪ ਪ੍ਰਭੂ। ਕਿਉਂਕਿ ਪ੍ਰੇਤ ਕਿਹਨੂੰ ਕਿਹਾ? ਪ੍ਰੇਤ ਕੋਈ ਇੱਥੇ ਜੂਨੀ ਦੀ ਗੱਲ ਨਹੀਂ ਕੀਤੀ। ਪ੍ਰੇਤ ਸਾਡੇ ਮਨ ਦੀ ਅਵਸਥਾ ਹੋ ਚੁੱਕੀ ਹੈ, ਜਿਨ੍ਹਾਂ ਨੇ ਇਸ ਕਲਯੁਗ ਦੇ ਵਿੱਚ ਪ੍ਰਭੂ ਨੂੰ ਨਹੀਂ ਜਾਣਿਆ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਕਲਯੁਗ ਦੇ ਵਿੱਚ ਉਹ ਪ੍ਰੇਤ ਹੈ ਜਿਹਨੇ ਰਾਮ ਨੂੰ ਨਹੀਂ ਪਹਿਚਾਣਿਆ। ਫਿਰ ਉਸ ਨੂੰ ਪ੍ਰੇਤ ਤੋਂ ਪਹਿਲਾਂ ਦੇਵਤਾ ਬਣਾਉਂਦਾ ਹੈ। ਕੌਣ ਬਣਾਉਂਦਾ ਹੈ?
ਪ੍ਰਭੂ। ਦੇਵਤਾ ਕੋਈ ਦੇਵਤਾ ਕਿਤੇ ਬੈਠਾ ਨਹੀਂ, ਸਾਡੇ ਮਨ ਦੀ ਇੱਕ ਅਵਸਥਾ ਹੈ। ਜਿਹੜਾ ਪ੍ਰੇਤ ਤੋਂ ਦੇਵਤਾ ਬਣਦਾ ਹੈ, ਦੇਵਤੇ ਤੋਂ ਫਿਰ ਪ੍ਰਭੂ ਦੀ ਗੁਰ ਨੂੰ ਕਮਾ ਕੇ ਪ੍ਰਭੂ ਦੇ ਵਿੱਚ ਸਮਾ ਕੇ ਉਹਦਾ ਰੂਪ ਹੋ ਜਾਂਦਾ ਹੈ। ਇਸ ਕਰਕੇ ਆਪ ਪ੍ਰਭੂ ਪਹਿਲਾਂ ਸਾਨੂੰ ਪ੍ਰੇਤ ਤੋਂ ਦੇਵਤਾ ਕਰ ਦਿੰਦਾ ਹੈ। ਸਭੇ ਸਿੱਖ ਉਬਾਰਿਆਂ ਪ੍ਰਭੂ ਕਾ ਸਵਾਰੇ, ਸਾਰਿਆਂ ਨੂੰ ਸਿੱਖ ਦਿੰਦਾ ਹੈ, ਦੇਵਤੇ ਬਣਾ ਦਿੰਦਾ, ਫਿਰ ਉਹਨਾਂ ਨੂੰ ਉਬਾਰ ਲੈਂਦਾ ਹੈ, ਉਹਨਾਂ ਦੇ ਕਾਰਜ ਸਵਾਰਦਾ ਹੈ। ਕਿਹੜੇ? ਮਨ ਦਾ ਜਿਹੜਾ ਕਾਰਜ ਹੈ ਉਸ ਨੂੰ ਸਵਾਰ ਲੈਂਦਾ ਹੈ। ਪ੍ਰਭੂ ਆਪ ਕਿਰਪਾ ਕਰਦਾ ਹੈ। ਨਿੰਦਕ ਪਕੜ ਪਛਾੜਿਆਂ ਝੂਠੇ ਦਰਬਾਰੇ, ਲੇਕਿਨ ਜਿਹੜੇ ਨਿੰਦਕ ਨੇ, ਝੂਠੇ ਨੇ, ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਨਹੀਂ ਪ੍ਰਵੇਸ਼ ਕਰ ਸਕਦੇ, ਉਹਨਾਂ ਨੂੰ ਪਛਾੜ ਦਿੰਦਾ ਹੈ। ਕਿਉਂਕਿ ਉਸ ਦਰਬਾਰ ਦੇ ਵਿੱਚ ਪ੍ਰਭੂ ਦਾ ਜਿਹੜਾ ਸੱਚਾ ਦਰਬਾਰ ਹੈ, ਉੱਥੇ ਝੂਠਾ ਨਹੀਂ ਜਾ ਸਕਦਾ, ਨਿੰਦਕ ਨਹੀਂ ਜਾ ਸਕਦਾ। ਉੱਥੇ ਕੌਣ ਜਾਂਦਾ? ਜਿਸ ਦੇ ਅੰਦਰ ਹਲੀਮੀ ਹੈ, ਜਿਸ ਦੇ ਅੰਦਰ ਨਿਮਰਤਾ ਹੈ, ਜੋ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ, ਉਹ ਪ੍ਰਭੂ ਨੂੰ ਪਾਉਂਦਾ ਹੈ। ਨਾਨਕ ਆਪ ਵੱਡਾ ਹੈ, ਆਪ ਸਾਜ ਸਵਾਰੇ। ਕਿਉਂਕਿ ਸਾਡਾ ਪ੍ਰਭੂ ਜਿਹੜਾ ਹੈ, ਮਹਾਰਾਜ ਸਮਝਾਉਂਦੇ ਕਿ ਨਾਨਕ ਦਾ ਜਿਹੜਾ ਪ੍ਰਭੂ ਹੈ ਵੱਡਾ ਹੈ, ਆਪ ਹੀ ਸਾਨੂੰ ਸਾਜਦਾ ਹੈ, ਆਪ ਹੀ ਸਵਾਰਦਾ ਹੈ, ਆਪ ਦਇਆ ਕਰਦਾ ਹੈ। ਕਿਵੇਂ ਕਰਦਾ ਹੈ? ਪੌੜੀ ਵਿੱਚ ਆਪਾਂ ਵਿਚਾਰਦੇ ਹਾਂ, ਪ੍ਰਭ ਬੇਅੰਤ ਕਿਛ ਅੰਤ ਨਾ ਹੈ, ਸਭ ਤਿਸੈ ਕਰਨਾ। ਪ੍ਰਭੂ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ, ਪਰ ਕਰਨਾ ਸਾਰਾ ਕੁਛ ਕਿਸ ਨੇ ਹੈ? ਉਸੇ ਨੇ। क्योंकि वही कर्ण कारण है, कर्ण कारण प्रभु एक है, दूसरा ना ही कोई। आगम अगोचर सहबो जिया का परना, वो परमेश्वर आगम है, अगोचर है। आगम अगोचरा, तेरा अंत न पाया, अंतो न पाया किने तेरा, अपना आप तू जाने। जी जंत सब खेल तेरा, क्या को आख बखाने। आखे ता वेखा सब तू है, जिन जगत ओ पाया। कह नानक तू सदा आगम है, तेरा अंत ना पाया। आप करने वाला है, अगम अगोचर है, उसे ने साडे जीवन साडे जीवन दा आसरा बनना है, साडे मना दा आसरा बनता है। हस्त दे प्रतिपाल दा भरण पोखण करना, आप ही प्रभु सानू हस्त दे के पालदा है, आप ही साडा पालन पोषण करता है, सानू भोजन देंदा है। मेहरबान बख्शिंद आप, जप सच्चे तरना। आप मेहरबान है, बख्शिंद है, ते आप ही सानू ये ज्ञान करवा देंदा है, फिर जाके आपां तरदे हाँ। क्योंकि जपदा भी उसनू कौन है? जिन्हों आप जपाउंदा है। जो तुद भावै सो भला, नानक दास सरना। इस करके जो प्रभु नूं पाउंदा है, उसकी शरण में जाना, वही आपा भला करके मनना है। अपने मत द्वारा नहीं चलना हुंदा कि असीं सोचीए भी आ भला आ माड़ा, नहीं। क्योंकि जो प्रभु नूं पाउंदा है, जो तुद भावै साई भली कार, तू सदा सलामत निरंकार। ਜਿਹੜੀ ਉਹਨੂੰ ਪਾਉਂਦੀ ਉਹ ਕਾਰ ਭਲੀ ਹੈ, ਨਾ ਕਿ ਜਿਹੜੀ ਸਾਨੂੰ ਪਾਉਂਦੀ ਉਹ ਕਾਰ ਭਲੀ ਹੈ। ਇਸ ਕਰਕੇ ਆਪਾਂ ਉਹਦੇ ਪਾਣੇ 'ਚ ਆਉਣਾ ਹੈ, ਜਿਵੇਂ ਉਹ ਚਲਾਉਂਦਾ ਉਵੇਂ ਚੱਲਣਾ ਹੈ। ਫਿਰ ਜਾ ਕੇ ਜੀਵ ਜਿਹੜਾ ਹੈ ਉਹਨੂੰ ਆਪ ਪ੍ਰਭੂ ਪਾਲਦਾ ਹੈ, ਆਪ ਹਰ ਪਾਸੇ ਪ੍ਰਗਟ ਹੈ। ਤੇ ਫਿਰ ਪਤਾ ਚੱਲਦਾ ਹੈ ਕਿ ਇੱਕੋ ਪ੍ਰਭੂ ਦਾ ਖੇਡ ਹੈ, ਉਹੀ ਸਭ ਕੁਛ ਕਰਨ ਵਾਲਾ ਹੈ, ਕਾਰਨ ਕਰਨ ਵਾਲਾ ਹੈ। अगे फिर सलोक महला पंजवा, महले पंजवे का सलोक है। तिन्ना भुख ना कार ही, जिसदा प्रभ है सोए। जिहदा प्रभु हो गया ते जिहड़े प्रभु दे हो गए, उन्हां दे अंदर भुख खत्म हो गई, मन तृप्त हो गया है। नानक चरनी लग्या उधरा सब है कोई। हुण जिहड़े भी चरनां नाल जुड़नगे प्रभु दे, वो सारे उधर जाणगे, पर
ਉਹਦਾ ਗਿਆਨ ਆਪਾਂ ਲੈਣਾ ਹੁੰਦਾ ਹੈ ਸੰਗਤ ਦੇ ਵਿੱਚ ਕਿ ਗੁਰੂ ਦੇ ਚਰਨਾਂ ਨਾਲ ਜੁੜਨਾ ਕਿਵੇਂ ਹੈ। ਗੁਰੂ ਦੇ ਚਰਨ ਕੀ ਨੇ? ਬਚਨ ਪਰਮੇਸ਼ਰ ਦੇ, ਜੋ ਆਪ ਆਪਣੇ ਰਜਨਾਂ ਦੀ ਰਸਨਾ 'ਤੇ ਬੈਠ ਕੇ ਦਿੰਦਾ ਹੈ। ਉਹਨਾਂ ਬਚਨਾਂ ਦੁਆਰਾ ਆਪਾਂ ਜੁੜਨਾ ਹੈ। ਜੁੜਨਾ ਕਿਸ ਦੇ ਨਾਲ ਹੈ? ਪ੍ਰਭੂ ਦੇ ਨਾਲ, ਨਿਰੰਕਾਰ ਦੇ ਨਾਲ। ਤੇ ਜਿਹੜੇ ਉਸ ਪ੍ਰਭੂ ਦੇ ਹੋ ਗਏ, ਜਿਨ੍ਹਾਂ ਦਾ ਪ੍ਰਭੂ ਹੋ ਗਿਆ, ਉਹਨਾਂ ਨੂੰ ਫਿਰ ਭੁੱਖ ਨਹੀਂ ਹੈ। ਉਹ ਤ੍ਰਿਪਤ ਨੇ, ਜੋ ਪ੍ਰਭੂ ਨੇ ਦਿੱਤਾ ਹੈ ਉਸ ਦੇ ਵਿੱਚ ਤ੍ਰਿਪਤ ਨੇ। ਅੱਗੇ ਫਿਰ ਸ਼ਲੋਕ ਹੈ ਮਹੱਲੇ ਪੰਜਵੇਂ ਦਾ। ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ। ਜਿਹੜੇ ਜਾਚਕ ਨੇ ਨਿਤ ਕੀ ਮੰਗਦੇ ਨੇ? ਨਾਮ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ। ਜਿਹੜੇ ਜਾਚਕ ਇਹ ਨਾਮ ਮੰਗਦੇ ਨੇ, ਫਿਰ ਪ੍ਰਭੂ ਉਹਨਾਂ ਨੂੰ ਕਬੂਲ ਕਰਦਾ ਹੈ, ਉਹਨਾਂ ਦੀ ਬੇਨਤੀ ਕਬੂਲ ਕਰਦਾ ਹੈ ਤੇ ਉਹਨਾਂ ਨੂੰ ਫਿਰ ਨਾਮ ਦਾ ਧਨ ਦਿੰਦਾ ਹੈ। ਨਾਨਕ ਪਰਮੇਸ਼ਰ ਜਜਮਾਨ ਤਿਸੈ ਭੁੱਖ ਨਾ ਮੂਲ। ਹੁਣ ਜਿਹੜੇ ਪਰਮੇਸ਼ਰ ਹੈ, ਪਰਮੇਸ਼ਰ ਸਾਰਿਆਂ ਦਾ ਮਾਲਕ ਹੈ ਤੇ ਉਹ ਜਿਨ੍ਹਾਂ ਦਾ ਹੋ ਜਾਂਦਾ ਹੈ ਉਹਨਾਂ ਨੂੰ ਫਿਰ ਭੁੱਖ ਨਹੀਂ ਰਹਿੰਦੀ। ਜਿਨ੍ਹਾਂ ਨੂੰ ਆਪਣਾ ਖਜ਼ਾਨਾ ਬਖਸ਼ ਦਿੰਦਾ ਹੈ, ਆਪ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਉਹਨਾਂ ਦੇ ਅੰਦਰ ਫਿਰ ਕੋਈ ਤ੍ਰਿਸ਼ਨਾ ਨਹੀਂ ਹੈ, ਕੋਈ ਭੁੱਖ ਨਹੀਂ ਹੈ, ਕਿਉਂਕਿ ਪਤਾ ਹੈ ਕਿ ਪ੍ਰਭੂ ਨੇ ਜਿੰਨਾ ਕੁ ਸਾਨੂੰ ਦਿੱਤਾ ਹੈ ਉਹਨਾਂ ਕੁ ਦਿੱਤਾ ਜਿੰਨਾ ਕੁ ਸਾਡੇ ਭਲੇ ਦੇ ਵਾਸਤੇ ਹੈ। ਜੋ ਸਾਡਾ ਭਲਾ ਨਹੀਂ ਉਹ ਸਾਨੂੰ ਨਹੀਂ ਦਿੰਦਾ। ਜੋ ਇਸ ਤਰ੍ਹਾਂ ਸਾਡਾ ਬੁਰਾ ਹੋਣਾ ਹੈ ਉਹ ਸਾਨੂੰ ਨਹੀਂ ਦਿੰਦਾ। ਜਿਵੇਂ ਮਾਂ ਬਾਪ ਹੈ, ਜੋ ਚੀਜ਼ ਬੱਚੇ ਦੇ ਵਾਸਤੇ ਨੁਕਸਾਨਦਾਇਕ ਹੈ ਉਹ ਉਸ ਨੂੰ ਨਹੀਂ ਦਿੰਦੇ। ਜੋ ਉਸ ਦੇ ਵਾਸਤੇ ਸਹੀ ਹੈ, ਉਹਦੀ ਸਿਹਤ ਵਾਸਤੇ ਚੰਗੀ, ਉਹ ਦਿੰਦਾ। ਇੱਦਾਂ ਪ੍ਰਭੂ ਵੀ ਸਾਡੇ ਵਾਸਤੇ ਸਾਨੂੰ ਉਹੀ ਦਿੰਦਾ ਜਿਹਦੇ ਨਾਲ ਸਾਡਾ ਜੀਵਨ ਸਫਲ ਹੋਵੇਗਾ। ਜਿਹਦੇ ਨਾਲ ਸਾਡਾ ਜੀਵਨ ਅਸਫਲ ਹੋ ਜਾਏਗਾ, ਜੀਵਨ ਸਾਡਾ ਖਰਾਬ ਹੋ ਜਾਏਗਾ, ਉਹ ਸਾਨੂੰ ਪ੍ਰਭੂ ਨਹੀਂ ਦਿੰਦਾ। ਆਓ ਅੱਗੇ ਪੌੜੀ ਹੈ। ਪੌੜੀ ਦੇ ਵਿੱਚ ਸਮਝਾਉਂਦੇ ਨੇ, ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ। ਮਨ ਰੱਤਾ ਹੈ ਗੋਬਿੰਦ ਦਾ, ਸੰਗੀ ਹੋ ਗਿਆ ਹੈ। ਹੁਣ ਭੋਜਨ ਕਿਹੜਾ ਜੋੜਦਾ ਹੈ? ਸੱਚਾ, ਤਨ ਦਾ ਨਹੀਂ, ਮਨ ਦਾ। ਕਿਉਂਕਿ ਮਨ ਦਾ ਭੋਜਨ ਹੈ ਜਿਹੜਾ ਸੱਚਾ, ਮਨ ਦਾ ਤੋਸ਼ਾ ਹੈ ਜਿਹੜਾ ਇੱਥੇ ਤੇ ਨਾਲ ਚੱਲਦਾ ਹੈ, ਅੱਗੇ ਵੀ ਨਾਲ, ਉਹ ਭੋਜਨ ਨੂੰ ਜੋੜਦਾ ਹੈ। ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਕੋੜੇ। ਪ੍ਰੀਤ ਹਰੀ ਦੇ ਨਾਮ ਲੱਗ ਗਈ ਹੈ ਤੇ ਹੁਣ ਪ੍ਰਭੂ ਦਾ ਨਾਮ ਹੀ ਉਸਦੇ ਵਾਸਤੇ ਹਾਥੀ ਘੋੜੇ ਹੈ, ਉਸਦੇ ਵਾਸਤੇ ਸਵਾਰੀ ਵੀ नाम ही है। नाम तान नामो रूप रंग नामो सुख हर नाम का संग, सारा कुछ नाम। राज मिल्क खुशियां कनी त्याय मुख ना मोड़े। हुण उसदे वास्ते राज मिल्क खुशियां की है? प्रभु नूं त्यावना, उस तो मुख ना मोड़ना। ये सब ते बड़ा लख खुशियां पातशाहियां जे सतगुर नदर करे निमक एक हर नाम दे मेरा मन तन शीतल होए। जिनको पूर्व लिखिया से सतगुर शरण गए। इस करके जिन्हां नूं प्रभु मिलाप हो जाता है, जिन्हां ते खुश हो जाता है, वो फिर उसनूं ध्याउंदे ने, मुख नहीं मोड़ते। वही सब ते वड्डियां पातशाहियां ने, खुशियां ने। ढाडी दर प्रभ मंगना दर कदे ना छोड़े। उस प्रभु दे दर ते खड़ के मंगना की है? नाम बस, पर दर नहीं छड़ना। फिर आप प्रभु सानू आप कृपा करता है। नानक मन तन चाओ एहो नित प्रभु को लोड़े। एक ही चाओ मन दे विच कि प्रभु नू लोड़ना है। बस जदों उस नू मंगना है, जदों वो ही मंग लिया, सारा कुछ ही प्रभु मिल गया, सब कुछ ही मिल गया, मन तृप्त हो गया। इस करके यही साडे जीवन का मनोरथ है। बाणी बार बार वही सानू समझा रही है कि भाई मन दे वास्ते सब तो वड्डा जिहड़ा खजाना है वो नाम का खजाना है, प्रभु दे दर्शनां का खजाना है।
प्रभु मिल गया, सब कुछ ही मिल गया। सो इस करके प्रभु ਨੂੰ ਮੰਗੀਏ, ਫਿਰ ਸਾਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਪਏਗੀ। ਜਿਨ੍ਹਾਂ ਤੇ ਆਪ ਕਿਰਪਾ ਕਰ ਦਿੰਦਾ ਹੈ, ਫਿਰ ਉਹ ਦੁਬਾਰਾ ਮੰਗਣ ਨਹੀਂ ਤੁਰਦੇ, ਉਹ ਦੁਬਾਰਾ ਭਿੱਖ ਨਹੀਂ ਮੰਗਦੇ। ਮੰਨੈ ਨਾਨਕ ਭਵੈ ਨਾ ਭਿਖ, ਮੰਨੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਆਓ ਗੁਰਮੁਖ ਪਿਆਰਿਓ, ਇਹ ਪੌੜੀ ਆਪਣੀ ਬਾਰ ਹੈ, ਇੱਥੇ ਸਮਾਪਤ ਹੋ ਗਈ ਹੈ। 21 ਪੌੜੀਆਂ ਤੇ ਅੱਗੇ ਸ਼ੁੱਧ ਕੀਚੇ, ਕਿਸੇ ਦੇ ਵਿੱਚ ਸ਼ੁੱਧ ਹੁੰਦਾ ਹੈ, ਕੁਛ ਕਿਤੇ ਹੁੰਦਾ ਹੈ ਸ਼ੁੱਧ ਕੀਚੇ। ਇਹ ਸ਼ਬਦ ਆਉਂਦੇ ਨੇ, ਬਾਣੀ ਹੈ। ਜਦੋਂ ਆਪਾਂ ਵਿਚਾਰਦੇ ਹਾਂ ਤੇ ਫਿਰ ਆਪਾਂ ਥੋੜ੍ਹਾ ਉੱਧਰ ਉੱਧਰ ਸ਼ਬਦ ਕਰਦੇ ਹਾਂ, ਕਿਉਂਕਿ ਕਿਤੇ ਲਿਖਣ ਦੇ ਵਿੱਚ ਜਾਂ ਉੱਧਰ ਉਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਐਸੀ ਬਾਣੀ ਜਿਹੜੀ ਹੈ ਸ਼ੁੱਧ ਕਰ ਦਿੰਦੀ ਹੈ ਸਾਡੇ ਮਨਾਂ ਨੂੰ, ਜੇਕਰ ਅਸੀਂ ਵਿਚਾਰ ਕੇ ਸੁਣ ਕੇ ਮੰਨਦੇ ਹਾਂ। ਕਿਤੇ ਸ਼ੁੱਧ ਹੈ, ਜਿੱਥੇ ਸ਼ੁੱਧ ਹੋ ਕੇ ਜੀਵ ਇਹ ਬਾਣੀ ਵਿਚਾਰਦਾ ਹੈ, ਤੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਵੀ ਮਨਾਂ ਨੂੰ ਸ਼ੁੱਧ ਕਰ ਦਿੰਦੀ ਹੈ। ਸੋ ਆਓ ਗੁਰਮੁਖ ਪਿਆਰਿਓ, ਹੁਣ ਧਿਆਈਏ ਨਾਲ ਨਾਲ ਕਿਵੇਂ ਕਰਨਾ ਹੈ, ਕਿਉਂਕਿ ਧਿਆਉਂਗੇ ਪ੍ਰਭੂ ਵੱਲੋਂ ਮੁਖ ਨਹੀਂ ਮੋੜਾਂਗੇ, ਫਿਰ ਹੀ ਰਾਜ ਮਿਲਕ ਖੁਸ਼ੀਆਂ ਕਣੀ। ਪ੍ਰੀਤ ਲਾਵਾਂਗੇ ਉਸ ਪ੍ਰਭੂ ਦੇ ਨਾਲ, ਇਹ ਸਾਡਾ ਹਸਤੀ ਘੋੜੇ ਨੇ, ਉਹਦੇ ਨਾਲ ਮਨ ਰਤਿਆ ਜਾਵੇਗਾ। ਸੱਚਾ ਭੋਜਨ ਹੈ, ਸਾਰਾ ਕੁਛ ਇਸੇ ਵਿੱਚ ਹੈ। ਆਓ ਕਰਨਾ ਕਿਵੇਂ ਹੈ, ਆਪਾਂ ਨੇ ਧਿਆਉਣਾ ਕਿਵੇਂ ਹੈ, ਪ੍ਰੀਤ ਪਾਉਣੀ ਕਿਵੇਂ ਹੈ, ਮਨ ਨੂੰ ਕਿਵੇਂ ਰਤਨਾ ਹੈ ਉਸ ਦੇ ਵਿੱਚ, ਉਹ ਹੈ ਧਿਆਨ ਮਾਰਗ। ਉਹ ਦਰ ਹੈ ਪ੍ਰਭੂ ਦਾ, ਜਿੱਥੋਂ ਹਿਰਦਾ ਕਹਿ ਦਿੱਤਾ ਹੈ ਸਾਹਮਣੇ ਮਾਲਕ ਹੈ। ਜਿੱਥੇ ਪ੍ਰਗਟ ਹੋਣਾ ਹੈ ਗੁਪਤ ਹੈ, ਸਾਹਮਣੇ ਹੀ ਪ੍ਰਗਟ ਹੋਣਾ ਹੈ। ਪ੍ਰਗਟ ਕਦੋਂ ਹੁੰਦਾ ਹੈ? ਮਹਾਰਾਜ ਸਮਝਾਉਂਦੇ ਨੇ ਕਿ ਕਲਯੁਗ ਦੇ ਵਿੱਚ ਐਸਾ ਕੋਈ ਵੀ ਜੀਵ ਨਹੀਂ ਜਿਸ ਦੇ ਵਿੱਚ ਭਰਪੂਰ ਮਾਲਕ ਨਹੀਂ ਵਸਦਾ। ਪਹਿਲਾਂ ਵੀ ਇੱਦਾਂ ਹੀ ਹੈ, ਲੇਕਿਨ ਹੁਣ ਪ੍ਰਗਟ ਹੁੰਦਾ ਕਲਯੁਗ ਦੇ ਵਿੱਚ। ਪਰ ਪ੍ਰਗਟ ਕਿਹਨਾਂ ਦੇ ਹੁੰਦਾ ਹੈ? ਜਿਹੜੇ ਗੁਰ ਦੀ ਸ਼ਰਨ ਵਿੱਚ ਜਾਂਦੇ ਨੇ। ਮਹਾਰਾਜ ਸਮਝਾਉਂਦੇ ਨੇ ਕਿ ਕਲਯੁਗ ਦੇ ਵਿੱਚ ਮਾਲਕ ਭਰਪੂਰ ਹੈ, ਪਰ ਪ੍ਰਗਟ ਜਿਹੜੇ ਗੁਰ ਦੀ ਸ਼ਰਨ ਦੇ ਵਿੱਚ ਜਾਂਦੇ ਹਨ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ। ਨਾਮ ਰਤਨ ਤਿਨਕਾ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਗੁਰ ਕੋਈ ਸਰੀਰ ਨਹੀਂ ਹੈ, ਗੁਰ ਗਿਆਨ ਹੈ। ਜਦੋਂ ਅਸੀਂ ਗੁਰ ਦਾ ਗਿਆਨ ਲੈ ਕੇ ਚੱਲਦੇ ਹਾਂ, ਪ੍ਰਭੂ ਦੀ ਸ਼ਰਨ ਵੀ ਜਾਂਦੇ ਹਾਂ, ਤੇ ਪ੍ਰਗਟ ਹੋ ਜਾਂਦਾ ਹੈ ਹਿਰਦੇ ਦੇ ਵਿੱਚ। ਜਾਣਾ ਕਿਵੇਂ ਹੈ? ਦੋਨਾਂ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ ਤੇ ਆਪਣੀ ਦ੍ਰਿਸ਼ਟੀ ਫੋਕਸ ਕਰਨੀ ਹੈ। ਇੱਥੇ ਸਮ ਕਰਨੇ ਨੇ ਨੇਤਰ। ਇਹ ਦਰ ਹੈ ਜਿੱਥੋਂ ਸਵਾਸ ਦੇ ਰਿਹਾ ਪ੍ਰਭੂ। ਇੱਥੋਂ ਨਿਰੰਕਾਰ ਦਾ ਦੇਸ਼ ਸ਼ੁਰੂ ਹੋ ਗਿਆ, ਇੱਧਰ ਆਕਾਰ ਹੈ। ਇਸ ਕਰਕੇ ਸਭ ਤੋਂ ਪਹਿਲਾਂ ਉਹ ਦਰ ਤੇ ਆਉਣਾ ਹੈ ਜਿੱਥੋਂ ਸਵਾਸ ਦਿੰਦਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ। ਇੱਥੇ ਆਪਣੇ ਆਪ ਨੂੰ ਦੇਖਣਾ ਹੈ, ਪਹਿਚਾਨਣਾ ਹੈ। ਕੀ ਦੇਖਣਾ ਹੈ? ਕਿ ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ ਹਾਂ। ਜੇਕਰ ਇੱਥੇ ਦੇਖਣ ਦੇ ਨਾਲ ਸਾਨੂੰ ਨੱਕ ਦਿਸਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਜੇਕਰ ਨੱਕ ਨਜ਼ਰ ਨਹੀਂ ਆਉਂਦਾ, ਇੱਕ ਦ੍ਰਿਸ਼ਟ ਹਾਂ। ਜੇ ਨੱਕ ਨਜ਼ਰ ਆਉਂਦਾ ਹੈ, ਫਿਰ ਆਪਾਂ ਇਹ ਦੇਖਣਾ ਵੀ ਸਾਨੂੰ ਕਿਸ ਪਾਸੇ ਤੋਂ ਨਜ਼ਰ ਆਉਂਦਾ ਹੈ। ਖੱਬੇ ਪਾਸੇ ਨਜ਼ਰ ਆਉਂਦਾ ਹੈ, ਸੱਜੇ ਆਉਂਦਾ ਹੈ, ਜਾਂ ਦਵੱਲੇ ਤੋਂ ਆਉਂਦਾ ਹੈ। ਕਿਉਂਕਿ ਇਸ ਪਾਸੇ ਰਜੋ ਗੁਣ ਹੈ, ਇਸ ਪਾਸੇ ਤਮੋ ਗੁਣ ਹੈ, ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਦੇਖਣਾ ਹੈ, ਪਰਖਣਾ ਹੈ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਸਮ ਕਰਕੇ ਆਪਣੇ ਆਪ ਨੂੰ ਪਰਖਣਾ ਹੈ, ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਤੇ ਫਿਰ ਆਪਾਂ ਕੀ ਕਰਨਾ? ਸਾਹਮਣੇ ਦੇਖਣਾ।
फिर आप जी ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤ ਚੁੱਕ। फिर जदों कहांगा सामने, फिर वापस सामने। जदों कहांगे सम करके देखो, फिर इस पॉइंट ते दृष्टि फोकस करके अपने आप नूं देखना है। सो आओ पहला नेत्र सम करिए। ध्यान सामने लेके आइए। सामने देखो जी। मस्तक दे सामने लै जाओ, पलकां उत्ते चुक दो। फिर सामने लेके आइए। फिर नक ते सम करिए, दृष्टि फोकस करके अपने आप नूं देखिए। देखना की है, जे कोई नवा जीव जिसनूं पहला नक दिसदा सी, उसने देखना हुण कि हुण उसनूं नक नज़र आउंदा कि नहीं आउंदा। जे दिसनों हट गया नक तो समझ लो कि असी एक दृष्ट हो गए, जिथों साडा मन एक देवता अवस्था बन गया, देवता बन गया है, प्रेतों देवता। नीचे लै जो ध्यान, बिल्कुल रिलैक्स। नीचे जिथे भी आप बैठे हाँ, थले देखना है, फर्श है, चादर है, थोड़ा जा उस तो ऊपर देखना, बिल्कुल रिलैक्स देखना है। इत्थे सानू प्रकाश अनुभव होएगा। इत्थे सानू लहरां दी तरह, जिवें जल दीयां लहरां हुंदियां ने,
ਇੱਥੇ ਸਾਨੂੰ ਪ੍ਰਕਾਸ਼ ਦੀਆਂ ਲਹਿਰਾਂ ਅਨੁਭਵ ਹੋਣਗੀਆਂ। ਫਿਰ ਸਮ ਕਰਕੇ ਦੇਖੇ ਆਪਣੇ ਆਪ ਨੂੰ। फिर नीचे लाए जो ध्यान, सम करके देखे अपने आप ਨੂੰ।
नीचे लाए जो ध्यान, बिल्कुल रिलैक्स। फिर सम करके देखिए अपने आप। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आप जुड़ना है, दर्शनां दी प्यास रख के। जाचक बनना है नाम दे, फिर प्रभु कबूल करता है। जाचक मांगा एक नाम, साहब करे कबूल। सो आओ इन्नी क विचार करते हैं, बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।